ਬੜੇ ਅਰਸੇ ਦੀ ਗੱਲ ਹੈ। ਇੱਕ ਪਿੰਡ ਵਿੱਚ ਇੱਕ ਬਾਬਾ ਜੀ ਰਹਿੰਦੇ ਸੀ। ਉਹਨਾਂ ਦਾ ਹਾਈਵੇ ਦੇ ਉੱਤੇ ਇੱਕ ਬੜਾ ਜ਼ਬਰਦਸਤ ਢਾਬਾ ਸੀ ਖਾਣੇ ਦਾ। ਉਹ ਖਾਣਾ ਉਹਨਾਂ ਦਾ ਬੜਾ ਹੀ ਲਜ਼ੀਜ਼ ਹੁੰਦਾ ਸੀ ਤੇ ਬੜਾ ਹੀ ਸਪੈਸ਼ਲ ਹੁੰਦਾ ਸੀ ਤੇ ਬੜਾ ਚਟਖਾਰੇਦਾਰ ਹੁੰਦਾ ਸੀ। ਸਾਫ ਸੁਥਰਾ ਮਾਹੌਲ, ਲੋਕ ਦੂਰੋਂ ਆਉਂਦੇ ਸੀ ਉਹਨਾਂ ਦਾ ਖਾਣਾ ਖਾਣ ਨੂੰ ਤੇ ਬੜੇ ਖੁਸ਼ੀ ਖਾਣਾ ਖਾ ਕੇ ਜਾਂਦੇ ਸੀ। ਉਹਨਾਂ ਦਾ ਕਾਰੋਬਾਰ ਬੜਾ ਸੋਹਣਾ ਚੱਲ ਰਿਹਾ ਸੀ ਕਿਉਂਕਿ ਉਹ ਕੁਆਲਿਟੀ ਤੇ ਬਿਲਕੁਲ ਕੰਪਰੋਮਾਈਜ਼ ਨਹੀਂ ਸੀ ਕਰਦੇ। ਬਾਬਾ ਜੀ ਸੋਚੀ ਪਏ ਸਨ ਕਿ ਉਮਰ ਵੱਧਦੀ ਜਾ ਰਹੀ ਹੈ, ਬੁਢਾਪਾ ਕਾਫੀ ਹੋ ਰਿਹਾ ਹੈ ਤੇ ਸਿਹਤ ਵੀ ਕੁਝ ਚੰਗੀ ਨਹੀਂ ਰਹਿੰਦੀ। ਤੇ ਬਹਰਹਾਲ ਅੱਲਾ ਰੱਖੇ ਖੈਰ ਜੋ ਵੀ ਹੋਇਆ, ਲੇਕਿਨ ਪਰੇਸ਼ਾਨੀ ਤੇ ਹੈ ਕਿ ਕੰਮ ਧੰਦਾ ਚੰਗਾ ਚੱਲ ਰਿਹਾ ਹੈ ਲੇਕਿਨ ਬੁਢਾਪਾ ਵੱਧੀ ਜਾ ਰਿਹਾ ਹੈ। ਬਾਬਾ ਜੀ ਦੇ ਦੋ ਪੁੱਤਰ ਸੀ, ਚੰਨ ਸ਼ਾਹ ਤੇ ਮਨ ਸ਼ਾਹ। ਚੰਨ ਸ਼ਾਹ ਵੱਡਾ ਸੀ, ਸਮਝਦਾਰ ਸੀ, ਤੇ ਜਿਹੜਾ ਮਨ ਸ਼ਾਹ ਸੀ ਇਹ ਭੋਲਾ ਭਾਲਾ ਸੀ। ਦਿਲੋਂ ਬੜਾ ਚੰਗਾ ਬੰਦਾ ਸੀ ਲੇਕਿਨ ਹੈ ਭੋਲਾ ਸੀ। ਬਾਬਾ ਜੀ ਇੱਕ ਦਿਨ ਬਿਮਾਰ ਹੋ ਗਏ ਤੇ ਪੁੱਤਰਾਂ ਨੂੰ ਬੁਲਾ ਲਿਆ ਕਮਰੇ 'ਚ। ਉਹ ਪੁੱਤਰੋ, ਤੁਹਾਨੂੰ ਪਤਾ ਹੈ ਮੇਰੀ ਸਿਹਤ ਕੋ ਠੀਕ ਨਹੀਂ ਰਹਿੰਦੀ, ਬੁੱਢਾ ਵਾਵਾ ਹੋ ਗਿਆ ਮੈਂ ਤੇ ਹੋ ਸਕਦਾ ਦਿਨ ਅੱਧੇ 'ਚ ਮੈਂ ਟੁਰ ਜਾਵਾਂ ਤੇ ਮੈਨੂੰ ਬੜੀ ਤੁਹਾਡੀ ਫਿਕਰ ਹੈ। ਮੈਂ ਕਹਿੰਦਾ ਮੈਂ ਆਪਣੇ ਹੱਥੋਂ ਬਟਵਾਰਾ ਕਰ ਜਾਵਾਂ ਤੁਹਾਡੇ ਸਾਰੀ ਮੇਰੀ ਜਾਇਦਾਦ ਦਾ, ਲੇਕਿਨ ਜਿਹੜਾ ਢਾਬਾ ਹੈ ਨਾ ਇਹਨੂੰ ਦੋਵੇਂ ਸੰਭਾਲੋਗੇ ਕਿਉਂਕਿ ਇਹਦਾ ਬਟਵਾਰਾ ਮੈਨੂੰ ਬਰਦਾਸ਼ਤ ਨਹੀਂ। ਪਿਓ ਦਾਦੇ ਦੀ ਜਗ੍ਹਾ ਹੈ ਤੇ ਬੜੀ ਮਸ਼ਹੂਰ ਹੈ ਤੇ ਬੜਾ ਸੋਹਣਾ ਕਾਰੋਬਾਰ ਹੈ ਤੇ ਲਿਹਾਜ਼ਾ ਤੁਸੀਂ ਇੰਜ ਕਰਿਓ, ਢਾਬੇ ਦਾ ਬੜਾ ਖਿਆਲ ਰੱਖਿਓ। ਉਹ ਅੱਬਾ ਜੀ ਕੀ ਗੱਲ ਕਰਦੇ ਹੋ ਤੁਸੀਂ? ਅੱਲਾ ਤੁਹਾਨੂੰ ਸਿਹਤ ਦੇਵੇ, ਠੀਕ ਹੋ ਜਾਓਗੇ, ਚੰਗੇ ਭਲੇ ਹੋ ਜਾਓਗੇ। ਤੇ ਬਟਵਾਰੇ ਦੀ ਕਾਹਦੀ ਗੱਲ ਹੈ? ਅਸੀਂ ਦੋਵੇਂ ਭਰਾ ਹੈ, ਇਹ ਮੇਰਾ ਛੋਟਾ ਭਰਾ ਹੈ ਪੁੱਤਰਾਂ ਵਰਗਾ। ਜੀ ਅੱਬਾ ਜੀ, ਉਹ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ, ਬਿਲਕੁਲ ਠੀਕ ਹੋ ਜਾਓਗੇ ਤੁਸੀਂ। ਉਹ ਤੁਸੀਂ ਐਵੇਂ ਟੈਨਸ਼ਨ ਲਈ ਜਾ ਰਹੇ ਹੋ, ਠੀਕ ਠਾਕ ਹੋ ਜਾਓਗੇ, ਚੰਨਾਂ ਦਿਨਾਂ 'ਚ ਬਿਲਕੁਲ ਚੰਗੇ ਭਲੇ ਹੋ ਜਾਓਗੇ। ਜਿਹੜਾ ਚੰਨ ਸ਼ਾਹ ਉਹ ਸੋਚੀ ਪਿਆ ਵੀ ਯਾਰ ਮੇਰੀ ਕੋਸ਼ਿਸ਼ ਹੈ ਬਟਵਾਰਾ ਨਾ ਹੋ ਜਾਏ ਵਰਨਾ ਅੱਧੋ ਅੱਧ ਹੋ ਜਾਏਗਾ, ਕਿਉਂਕਿ ਐਸੀ ਬਦਨੀਤਾ ਤੇ ਬੁਰੀ ਨੀਅਤ ਦੀ ਵਜ੍ਹਾ ਤੋਂ ਇਹ ਚਾਹੁੰਦਾ ਸੀ ਵੀ ਯਾਰ ਮਨ ਸ਼ਾਹ ਦਾ ਹਿੱਸਾ ਵੀ ਮੈਂ ਹੀ ਖਾ ਜਾਵਾਂਗਾ। ਤੇ ਤਾਂ ਕਰਕੇ ਅੱਬਾ ਨੂੰ ਕਿਸੇ ਵੀ ਸੂਰਤ ਵਿੱਚ ਬਟਵਾਰਾ ਨਹੀਂ ਕਰਨ ਦੇਣਾ। ਕੁਛ ਦਿਨ ਲੰਘ ਗਏ, ਅੱਬਾ ਜੀ ਟੁਰ ਗਏ, ਦੁਨੀਆ ਤੋਂ ਰੁਖਸਤ ਹੋ ਗਏ। ਤੇ ਬਹਰਹਾਲ ਦੋਵੇਂ ਭਰਾ ਬਹਿ ਗਏ। ਉਹ ਮਨ ਸ਼ਾਹ, ਯਾਰ ਅੱਬਾ ਜੀ ਤੇ ਟੁਰ ਗਏ ਨੇ ਲੇਕਿਨ ਤੂੰ ਪਰੇਸ਼ਾਨ ਨਾ ਹੋਈ, ਅਸੀਂ ਢਾਬਾ ਸੰਭਾਲਾਂਗੇ ਤੇ ਤੂੰ ਟੈਨਸ਼ਨ ਨਾ ਲਈ, ਢਾਬਾ ਸਾਰਾ ਮੈਂ ਸੰਭਾਲਾਂਗਾ। ਤੇ ਉਹ ਜਿਹੜਾ ਪਰ ਸਾਡਾ ਖੇਤ ਹੈ ਨਾ ਉਹ ਮੈਂ ਤੈਨੂੰ ਦੇ ਦੇਣਾ, ਠੀਕ ਹੈ? ਉਹਦੇ 'ਚ 2 ਗਾਵਾਂ ਵੀ ਨੇ, ਉਹ ਤੇਰਾ ਹੋ ਗਿਆ, ਤੂੰ ਟੈਨਸ਼ਨ ਨਾ ਲਈ। ਬਸ ਤੂੰ ਕਿਚਨ ਸੰਭਾਲੀ ਢਾਬੇ ਦਾ, ਚੰਗਾ ਜਿਹਾ ਕੁੱਕ ਬਣ ਜਾਈ, ਇਹ ਕੁੱਕਾਂ ਦਾ ਭਰੋਸਾ ਨਹੀਂ ਹੁੰਦਾ। ਤੇ ਚੰਨ ਸ਼ਾਹ ਸਾਹਿਬ ਜਿਹੜਾ ਨਾ ਬਹਿ ਗਿਆ ਕਾਊਂਟਰ ਤੇ ਮਨ ਸ਼ਾਹ ਵਿਚਾਰਾ ਸਾਦਾ ਮੁੰਡਾ ਜਿਹੜਾ ਨਾ ਲੱਗਾ ਸੀ ਆਪਣੇ ਕੰਮ ਧੰਦੇ, ਜਿਹੜਾ ਨਾ ਪਕਵਾਈ ਸ਼ਕਵਾਈ ਕਰੀ ਜਾਂਦਾ ਸੀ। ਦਿਨ ਗੁਜ਼ਰਦੇ ਗਏ, ਚੰਨ ਸ਼ਾਹ ਦਾ ਵੀ ਵਿਆਹ ਹੋ ਗਿਆ ਤੇ ਬੜੇ ਹੱਸੀ ਖੁਸ਼ੀ ਰਹਿ ਰਹੇ ਸੀ। ਕੁਝ ਦਿਨਾਂ ਬਾਅਦ ਮਨ ਸ਼ਾਹ ਦੇ ਵੀ ਵਿਆਹ ਹੋ ਗਿਆ ਤੇ ਫਿਰ ਚੰਨ ਸ਼ਾਹ ਨੇ ਕਿਹਾ, ਉਹ ਮਨ ਸ਼ਾਹ ਤੇਰੇ ਨਾਲ ਜ਼ਰੂਰੀ ਕੰਮ ਹੈਗਾ ਹੈ। ਜੀ ਭਾਈਜਾਨ ਦੱਸੋ ਕੀ ਹੈ? ਉਹ ਯਾਰ ਚੰਨ ਸ਼ਾਹ ਤੈਨੂੰ ਪਤਾ ਹੈਗਾ, ਉਹ ਮਨ ਸ਼ਾਹ ਤੈਨੂੰ ਪਤਾ ਹੈ ਘਰ ਛੋਟਾ ਹੈ ਤੇ ਤੇਰੀ ਵੀ ਵੋਟੀ ਹੈ ਮੇਰੀ ਵੀ ਵੋਟੀ ਹੈ ਤੇ ਘਰ ਛੋਟਾ ਜਿਹਾ, ਮੈਂ ਸੋਚ ਰਿਹਾ ਉਹ ਜਿਹੜਾ ਖੇਤ ਹੈ ਨਾ ਉਹਦੀ ਛੋਟਾ ਜਿਹਾ ਆਪਣੇ ਵਾਸਤੇ ਘਰ ਬਣਾ ਕੇ ਨਾ ਤੇ ਉੱਥੇ ਟੁਰ ਜਾਵਾਂ, ਉੱਥੇ ਸ਼ਿਫਟ ਹੋ ਜਾਵਾਂ। ਤੇ ਕਿਉਂਕਿ ਹੁਣ ਔਖਾ ਹੋ ਗਿਆ, ਘਰ ਛੋਟਾ ਹੈ ਤੇ ਦੋਵੇਂ ਜਨ ਰਹਿਣੇ ਬੜਾ ਮੁਸ਼ਕਿਲ ਹੋ ਗਏ ਨੇ ਤੇ ਮੈਂ ਸੋਚ ਰਿਹਾ ਵਾਂ ਕਿ ਉੱਥੇ ਸ਼ਿਫਟ ਹੋ ਜਾਵਾਂ। ਉਹ ਭਾਈ ਜਾਨ ਕਿਵੇਂ ਦੀ ਗੱਲਾਂ ਕਰਦੇ ਹੋ ਲਾਲਾ ਜੀ, ਤੁਸੀਂ ਵੀ ਨਾ ਪਛਾਹ ਬੰਦੇ ਹੋ ਤੁਸੀਂ। ਉਹ ਤੁਸੀਂ ਕਿਵੇਂ ਜਾਓਗੇ ਯਾਰ? ਮੈਂ ਆਪ ਉੱਥੇ ਚਲਾ ਜਾਵਾਂਗਾ, ਛੋਟਾ ਜਿਹਾ ਘਰ ਹੀ ਬਣਾਉਣਾ ਹੈ ਨਾ, ਮੈਂ ਬਣਾ ਲਾਂਗਾ ਤੇ ਮੈਂ ਉੱਥੇ ਸ਼ਿਫਟ ਹੋ ਜਾਵਾਂਗਾ, ਠੀਕ ਹੈ ਨਾ ਲਾਲਾ ਜੀ? ਉਹ ਨਾ ਯਾਰ ਛੋਟੇ, ਤੂੰ ਇੰਝ ਦੀ ਗੱਲਾਂ ਨਾ ਕਰ। ਉਹ ਨਾ ਲਾਲਾ ਜੀ, ਤੁਸੀਂ ਇੰਝ ਦੀ ਗੱਲਾਂ ਨਹੀਂ ਕਰਨੀਆਂ, ਘਰ ਤੁਹਾਡੀ ਵਜ੍ਹਾ ਤੋਂ ਆਬਾਦ ਰਹਿਣਾ ਚਾਹੀਦਾ ਹੈ। ਵੱਡੇ ਹੋ ਤੁਸੀਂ, ਭਾਈ ਹੋ ਸਾਡੇ, ਅੱਬਾ ਜੀ ਦੇ ਪਿੱਛੋਂ ਬਾਅਦ ਤੁਸੀਂ ਸਾਡੇ ਵੱਡੇ ਹੋ ਤੇ ਤੁਸੀਂ ਟੈਨਸ਼ਨ ਨਹੀਂ ਲੈਣੀ। ਹੁਣ ਚੰਨ ਸ਼ਾਹ ਦਿਲੋਂ ਬੜਾ ਖੁਸ਼ ਸੀ ਕਿਉਂਕਿ ਉਹਦਾ ਪਲਾਨ ਇਹੀ ਸੀ ਕਿ ਜਿਹੜਾ ਨਾ ਇਹ ਮੰਨ ਜਾਵੇ ਤੇ ਘਰ ਮੇਰੇ ਵਾਸਤੇ ਰਹਿ ਜਾਵੇ। ਤੇ ਮਨ ਸ਼ਾਹ ਜਿਹੜਾ ਉੱਥੇ ਘਰ ਬਣਾਉਣਾ ਸ਼ੁਰੂ ਕਰਤਾ ਤੇ ਨਾਲ ਹੀ ਜਿਹੜਾ ਨਾ ਆਪਣਾ ਕਿਚਨ ਵਿੱਚ ਕੁਕਿੰਗ ਵੀ ਸਿੱਖਦਾ ਰਿਹਾ। ਕਿਚਨ ਹੀ ਸਾਰਾ ਦਿਨ ਮਸਰੂਫ ਹੈ, ਨਾਲ ਘਰ ਵੀ ਹੈ। ਘਰ ਬਣ ਗਿਆ ਮਾਸ਼ਾਅੱਲਾ ਮਨ ਸ਼ਾਹ ਦਾ। ਤੇ ਮਨ ਸ਼ਾਹ ਖੁਸ਼ੀ ਆਪਣੀ ਬੇਗਮ ਨਾਲ ਆ ਗਿਆ ਦੂਸਰੇ ਪਿੰਡ, ਲੇਕਿਨ ਕੰਮ ਤੇ ਉੱਥੇ ਹੀ ਜਾਂਦਾ ਸੀ। ਬੇਗਮ ਉਹਦੀ ਜਿਹੜਾ ਨਾ ਘਾਹ ਸ਼ਾਹ ਪਾਵੇ ਤੇ ਖਿਦਮਤ ਕਰੇ, ਮੱਝਾਂ ਦੀਆਂ ਗਾਵਾਂ ਦੀਆਂ ਖਿਦਮਤ ਕਰੇ
ਤੇ ਗਾਵਾਂ ਵੀ ਉਹਨੂੰ ਵਾਵਾ ਕਰਕੇ ਦੁੱਧ ਦਿੰਦੀਆਂ ਸੀ, ਜਿਹੜਾ ਕੁਛ ਆਪਣੇ ਕੋਲ ਰੱਖ ਲੈਂਦੀ ਸੀ, ਤੇ ਬਾਕੀ ਮਨਸ਼ਾ ਜਿਹੜਾ ਨਾ ਉਹ ਉੱਥੇ ਢਾਬੇ ਤੇ ਲੈ ਜਾਂਦਾ ਸੀ। ਚਾਹ ਸ਼ਾਹ ਦਿਨੇ ਵਾਵਾ ਵੇਖਦੀ ਸੀ ਤੇ ਖਾਲਸ ਦੁੱਧ ਦੀ ਬੜੀ ਭਰ ਮਾਰ ਸੀ। ਕੁਛ ਦਿਨਾਂ ਬਾਅਦ ਚੰਨ ਸ਼ਾਹ ਨੇ ਮਨਸ਼ਾ ਨੂੰ ਫੇਰ ਬੁਲਾਇਆ ਕਿ ਯਾਰ ਭਈਆ ਆ ਜਾਈ ਘਰ, ਜ਼ਰਾ ਬਹਿ ਕੇ ਕੋਈ ਗੱਲਾਂ ਡਿਸਕਸ ਕਰਨੀਆਂ ਨੇ। ਹਾਂ ਲਾਲਾ ਜੀ ਦੱਸੋ, ਉਹ ਤੁਸੀਂ ਕਿਹਾ ਆ ਜਾਈ, ਮੈਂ ਆ ਗਿਆ ਵਾਂ, ਖੈਰ ਤੇ ਆਵੇ ਨਾ। ਉਹ ਯਾਰ ਮਨਸ਼ਾ ਤੈਨੂੰ ਨਹੀਂ ਪਤਾ ਯਾਰ, ਬੜੀ ਟੈਨਸ਼ਨ ਬਣੀ ਹੈ, ਕਾਰੋਬਾਰ ਦੇ ਅਖਰਾਜਾਤ ਕੋਈ ਚੰਗੇ ਨਹੀਂ ਹੈਗੇ, ਕਾਰੋਬਾਰ ਤੇ ਬੜੇ ਨੁਕਸਾਨਾਤ ਨੇ ਤੇ ਬੜੇ ਰੋਲੇ ਰੱਪੇ ਚੱਲ ਰਹੇ ਨੇ ਯਾਰ, ਮੈਂ ਤੇ ਪਰੇਸ਼ਾਨ ਹਾਂ। ਇੱਕ ਉਹ ਜਿਹੜਾ ਸਾਡਾ ਕੁੱਕ ਹੈ ਪਕਾਉਣ ਵਾਲਾ, ਉਹ ਕਹਿੰਦਾ ਮੇਰੀ ਤਨਖਾਹ ਵਧਾਓ, ਮੁਲਾਜ਼ਮਾਂ ਦੀ ਤਨਖਾਹ ਦਈਏ ਜਾਂ ਖਰਚੇ ਪੂਰੇ ਕਰੀਏ। ਮੈਂ ਕਿਹਾ ਤੇਰੇ ਨਾਲ ਗੱਲਬਾਤ ਕਰਾਂ ਕਿ ਇਹਦਾ ਕੀ ਹੱਲ ਕੱਢੀਏ, ਮੈਂ ਤੇ ਬੜਾ ਵਾਵਾ ਪਰੇਸ਼ਾਨ ਹਾਂ। ਉਹ ਲਾਲਾ ਜੀ ਇਹਦੀ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ? ਉਹ ਮੈਂ ਹੁਣ ਚੰਗਾ ਭਲਾ ਚੰਗਾ ਪਕਾ ਲੈਣਾ, ਮੈਂ ਬੜਾ ਜ਼ਬਰਦਸਤ ਕੁੱਕ ਬਣ ਗਿਆ ਵਾਂ, ਤੁਹਾਨੂੰ ਪਤਾ ਹੀ ਨਹੀਂ ਹੈ। ਔਰ ਤੁਸੀਂ ਇਹਦੀ ਜੀ ਗੱਲ ਦੀ ਟੈਨਸ਼ਨ ਲਈਏ। ਉਹ ਕੁੱਕ ਨੂੰ ਕਹੇ ਚੱਲ ਜਾ ਭਰਾ ਆਪਣਾ ਕੰਮ ਕਰ, ਤੇ ਇਹ ਪੈਸੇ ਵੀ ਬਚਣਗੇ, ਤੇ ਮੈਂ ਹੈ ਵਾਂ ਨਾ। ਉਹ ਨਾ ਯਾਰ ਛੋਟੇ, ਉਹ ਤੂੰ ਕਰੇਂਗਾ ਸਾਰਾ ਕੰਮ ਯਾਰ, ਔਖਾ ਕੰਮ ਹੈ, ਫਿਰ ਜਿਹੜਾ ਬੜਾ ਮੁਸ਼ਕਲ ਕੰਮ ਹੈ, ਸਾਰਾ ਦਿਨ ਤੂੰ ਕਿਚਨ 'ਚ ਲੱਗਾ ਰਹੇਗਾ ਤੇ ਟੈਨਸ਼ਨ ਬਣ ਜਾਏਗੀ ਯਾਰ, ਤੂੰ ਵੇਖ ਲੈ। ਵੈਸੇ ਉਹ ਮੈਂ ਤੇ ਕਹਿਣਾ ਰਹਿਣ ਦੇ ਯਾਰ, ਕੋਈ ਨਹੀਂ ਤਨਖਾਹ ਵਧਾ ਦਾਂਗੇ, ਹੈ ਤੇ ਔਖਾ ਕਾਰੋਬਾਰ ਸਾਡਾ, ਫਿਰ ਖ਼ਰਾਬ ਵੀ ਹੋ ਜਾਏਗਾ। ਲੇਕਿਨ ਉਹ ਲਾਲਾ ਜੀ ਨਾ ਟੈਨਸ਼ਨ ਲਓ ਜੀ, ਸਰਕਾਰ ਤੁਸੀਂ ਟੈਨਸ਼ਨ ਨਾ ਲਓ ਲਾਲਾ ਜੀ, ਮੈਂ ਕਰ ਲਾਂਗਾ ਜਿਹੜਾ ਕੰਮ ਧੰਦਾ ਹੈ, ਤੁਸੀਂ ਬਸ ਟੈਨਸ਼ਨ ਨਾ ਲਓ, ਮੈਂ ਸਾਰਾ ਸੰਭਾਲ ਲਾਂਗਾ, ਪਕਵਾਈ ਸ਼ਕਵਾਈ ਮੈਂ ਚੰਗੀ ਕਰ ਲੈਣਾ। ਤੇ ਅੱਜ ਕੱਲ੍ਹ ਵੈਸੇ ਵੀ ਅੱਧੇ ਤੋਂ ਜ਼ਿਆਦਾ ਸਾਲਨ ਤੇ ਮੈਂ ਹੀ ਬਣਾਉਣਾ ਵਾਂ। ਹੁਣ ਚੰਨ ਸ਼ਾਹ ਦਿਲੋਂ ਦਿਲ ਬੜਾ ਖੁਸ਼ ਸੀ ਵੀ ਚਲੋ ਜੀ ਪਕਵਾਈ ਵਾਲੇ ਦੀ ਦਿਹਾੜੀ ਵੀ ਬਚ ਗਈ ਤੇ ਮਨਸ਼ਾ ਵੀ ਮੰਨ ਗਿਆ ਹੈਗਾ। ਮਨਸ਼ਾ ਸਾਦਾ ਭੋਲਾ ਭਾਲਾ ਦਿਲੋਂ ਬੰਦਾ ਸੀ, ਉਹਨੇ ਕਿਹਾ ਚੱਲ ਭਰਾ ਦੀ ਖਿਦਮਤ ਕਰੀਏ ਤੇ ਭਰਾ ਖੁਸ਼ ਹੋ ਜਾਏ। ਭਰਾ ਵਿੱਚੋਂ ਵਿੱਚ ਜਿਹੜਾ ਮੀਸਣਾ, ਉਹਦੀ ਕੋਸ਼ਿਸ਼ ਸੀ ਵੀ ਮੇਰੇ ਖਰਚੇ ਬਚਣ, ਮੈਂ ਪੈਸੇ ਬਚਾਈ ਜਾਵਾਂ, ਵੱਡੇ ਮਾਲ ਦੋਤ ਮੇਰੇ ਤੋਂ ਕੋਲ ਹੋਵੇ ਤੇ ਇਹਦੇ ਕੋਲ ਹੀ ਕੰਮ ਲਈ ਜਾਓ। ਤੇ ਮਨਸ਼ਾ ਜਿਹੜਾ ਨਾ ਆਪਣਾ ਲੱਗ ਗਿਆ ਕੁਕਿੰਗ ਤੇ ਟਾਇਰ, ਜਿਹੜਾ ਸਵੇਰ ਤੋਂ ਰਾਤ ਤੱਕ ਲੱਗਾ ਰਹੇ ਵਿਚਾਰਾ, 16 ਘੰਟੇ ਡਿਊਟੀ ਕਰੇ। ਤੇ ਵਿੱਚੋਂ ਕੁਝ ਦਿਨਾਂ ਜਿਹੜਾ ਨਾ ਉਹਦੇ ਪੈਰਾਂ 'ਚ ਭੀੜ ਸ਼ੁਰੂ ਹੋ ਗਈ ਵਾਵਾ ਕਰਕੇ, ਲੇਕਿਨ ਫਿਰ ਵੀ ਵਿਚਾਰਾ ਲੱਗਾ ਰਿਹਾ ਕਿ ਚਲੋ ਹੋਟਲ ਤੇ ਸੰਭਾਲਣਾ। ਇੱਕ ਦਿਨ ਜਿਹੜਾ ਨਾ ਤਬੀਅਤ ਵਾਵਾ ਵਿਗੜ ਗਈ ਤੇ ਵੋਟੀ ਉਹਦੀ ਉਹਨੂੰ ਲੈ ਆਈ ਹਸਪਤਾਲ ਕਿ ਜ਼ਰਾ ਚੈੱਕਅਪ ਕਰਾਈਏ, ਪਤਾ ਨਹੀਂ ਕੀ ਰੋਲਾ ਹੈ। ਓਏ ਮਨਸ਼ਾ ਤੂੰ ਧਿਆਨ ਨਹੀਂ ਰੱਖਦਾ ਆਪਣੀ ਸਿਹਤ ਦਾ, ਉਹ ਤੂੰ ਬਹੁਤਾ ਖਲੋਤਾ ਰਹਿੰਦਾ, ਸਾਰਾ ਦਿਨ ਤੂੰ ਖਲੋਤਾ ਰਹਿੰਦਾ ਚਵਲਾ ਜਿਹਾ। ਹੁਣ ਵੇਖ ਨਾ ਸਿਹਤ ਖਰਾਬ ਕਰ ਲਈ ਨਾ, ਸਾਰੀ ਪੈਰ ਦੀ ਤੇਰੀ ਰਗਾਂ ਸੁੱਜ ਗਈਆਂ ਨੇ, ਤੇ ਇੰਝ ਹੀ ਖਲੋਤਾ ਰਿਹਾ ਨਾ ਤੇ ਤੇਰੇ ਫਿਰ ਆਪਰੇਸ਼ਨ ਕਰਾਉਣੇ ਪੈਣੇ। ਤੇ ਇੰਝ ਕਰੀ ਹੁਣ ਟੀਕੇ ਸ਼ੀਕੇ ਮੈਂ ਲਾ ਦੇਣਾ ਤੇ ਦਵਾਈਆਂ ਵੀ ਦੇ ਦੇਣਾ, ਦੁੱਧ ਪੀਤਾ ਕਰ ਤੇ ਧਿਆਨ ਰੱਖਿਆ ਕਰ ਆਪਣਾ, ਸਮਝ ਆਈ ਨਾ। ਤੇ ਬਿਲਕੁਲ ਧਿਆਨ ਨਹੀਂ ਰੱਖਦਾ ਆਪਣਾ, ਤੇ ਖਲੋਣਾ ਬਿਲਕੁਲ ਨਹੀਂ, ਤੂੰ ਬਹਿਣਾ ਜਾਂ ਲੇਟਣਾ ਹੈ, ਸਮਝ ਆਈ ਨਾ। ਵੋਟੀ ਵਿਚਾਰੀ ਪਰੇਸ਼ਾਨ ਹੋ ਗਈ ਤੇ ਆ ਗਈ ਲਾਲਾ ਜੀ ਕੋਲ ਮਿਲਣ ਆਪਣੇ ਹਿਸਾਬ ਨਾਲ। ਲਾਲਾ ਜੀ ਕੀ ਹਾਲ ਹੈ? ਉਹ ਲਾਲਾ ਜੀ ਤੁਹਾਨੂੰ ਪਤਾ ਹੈ ਭਰਾ ਤੁਹਾਡਾ ਬਹੁਤ ਬਿਮਾਰ ਹੋ ਗਿਆ ਤੇ ਘਰ ਹੀ ਰਹੇਗਾ, ਹੁਣ ਡਾਕਟਰ ਕੋਲ ਗਏ ਸੀ, ਦਵਾਈਆਂ ਲਈ ਪੈਸੇ ਚਾਹੀਦੇ ਨੇ। ਉਹ ਚੱਲ ਚਲੀਏ ਜਾਈਏ, ਤੈਨੂੰ ਪਤਾ ਹੈ ਇਹ ਬੜਾ ਫਰਾਡੀ ਹੈ ਗਈ, ਇਹ ਬੜਾ ਕਾਮ ਚੋਰੀ, 2 ਦਿਨ ਇਹਨੇ ਕਿਚਨ 'ਚ ਕੰਮ ਕੀਤਾ ਤੇ ਹੁਣ ਬਿਮਾਰ ਹੋ ਗਿਆ। ਉਹ ਚਵਲ ਜਾਣਾ ਹੋਵੇ ਤੇ ਇਹਦਾ ਕੰਮ ਕਰਨ ਨੂੰ ਵੈਸੇ ਦਿਲ ਨਹੀਂ ਕਰਦਾ, ਨਿੱਕੇ ਹੋਣੇ ਤੋਂ ਇਹ ਕਾਮ ਚੋਰ ਜਿਹਾ ਸੀ, ਨਾ ਇਹਦਾ ਕੰਮ 'ਚ ਦਿਲ ਲੱਗਦਾ ਤੇ ਨਾ ਕੁਛ ਹੋਰ। ਤੇ ਅੱਗੋਂ ਮੇਰੇ ਤੇ ਇੰਨੇ ਕਰਜ਼ੇ ਨੇ, ਕਾਰੋਬਾਰ ਡੁੱਬੀ ਜਾਂਦਾ ਹੈ, ਤੇ ਤੁਹਾਡੇ ਖਰਚੇ ਮੈਂ ਕਿੱਥੋਂ ਪੂਰੇ ਕਰਾਂ? ਆਪਣੇ ਘਰ ਦੇ ਖਰਚੇ ਨਹੀਂ ਪੂਰੇ ਹੁੰਦੇ ਮੇਰੇ ਕੋਲੋਂ, ਮੈਂ ਤੇ ਆਪੇ ਵਾਵਾ ਬੜਾ ਪਰੇਸ਼ਾਨ ਹਾਂ। ਤੇ ਤੂੰ ਆ ਗਏ ਮੇਰੇ ਕੋਲ ਪੈਸੇ ਮੰਗਣ, ਪੈਸਾ ਲੱਤਾ ਨਹੀਂ ਹੈਗਾ ਮੇਰੇ ਕੋਲ, ਤੇ ਧਿਆਨ ਰੱਖੀ ਤੇ ਫਿਰ ਆਈ ਨਾ ਪੈਸਿਆਂ ਲਈ। ਮੈਂ ਆਪ ਮੇਰੇ ਅਖਰਾਜਾਤ ਨਹੀਂ ਪੂਰੇ ਨੇ, ਮੈਂ ਤੇ ਸ਼ਾਇਦ ਹੋਟਲ ਹੀ ਵੇਚਦਾ, ਮੈਂ ਢਾਬਾ ਵੇਚਣ ਦੀ ਸੋਚ ਰਿਹਾ। ਟੈਨਸ਼ਨ ਵਗਲੀ ਬਣੀ ਹੈ ਤੇ ਉੱਥੋਂ ਉਹ ਵੀ ਘਰ ਬਹਿ ਗਿਆ। ਉਹ ਵਿਚਾਰੀ ਸੋਚੀ ਪੈ ਗਈ ਯਾਰ ਇਹ ਕੀ ਮਸਲਾ ਹੋ ਗਿਆ, ਇਹ ਤੇ ਲਾਲਾ ਸੀ ਸਾਡਾ, ਭਾਈ ਸੀ ਸਾਡਾ, ਲੇਕਿਨ ਵਿਚਾਰੀ ਕੀ ਕਰਦੀ, ਮੁੜ ਗਈ ਘਰ। ਫਿਰ ਉਹਨੇ ਸੋਚਿਆ ਚਲੋ ਗਾਵਾਂ ਦੁੱਧ ਦਿੰਦੀਆਂ ਨੇ, ਇਹ ਹੀ ਵੇਚਣਾ ਸ਼ੁਰੂ ਕਰ ਦਈਏ। ਗਾਵਾਂ ਦਾ ਦੁੱਧ ਉਹਨੇ ਵੇਚਣਾ ਸ਼ੁਰੂ ਕੀਤਾ ਤੇ ਚਲੋ ਖਰਚਾ ਪੱਠਾ ਚੱਲਣਾ ਸ਼ੁਰੂ ਹੋ ਗਿਆ। ਘਰ ਦਾ ਜਿਹੜਾ ਸਿਸਟਮ ਸੀ, ਦਵਾਈਆਂ ਸ਼ਵਾਈਆਂ ਵੀ ਆ ਜਾਂਦੀਆਂ ਸੀ ਤੇ ਵਿਚਾਰਾ ਜਿਹੜਾ ਨਾ ਘਰ ਬੈਠਾ ਰਹਿੰਦਾ ਸੀ। ਤੇ ਹੁਣ ਇਹ ਗੱਲ ਵੀ ਚੰਨ ਸ਼ਾਹ ਨੂੰ ਬੜੀ ਤਕਲੀਫ ਪਹੁੰਚਾ ਰਹੀ ਸੀ ਵੀ ਯਾਰ ਉਹਨਾਂ ਦੇ ਕੰਮ ਚੱਲ ਰਿਹਾ। ਉਹਨੇ ਤਰਕੀਬ ਚਲਾਈ, ਗ੍ਰਾਂ 'ਚ ਪਿੰਡ 'ਚ ਇਹ ਗੱਲ ਕਰਤੀ, ਉਹ ਯਾਰ ਇਹਨਾਂ ਦੇ ਦੁੱਧ 'ਚ ਬੜਾ ਕੈਮੀਕਲ ਪਾਉਂਦੇ ਨੇ ਤੇ ਕੈਮੀਕਲ ਵਾਲੇ ਦੁੱਧ ਨਾ ਪੀਤਾ ਕਰੋ। ਸਾਰੇ ਗ੍ਰਾਂ ਵਾਲੇ ਇਕੱਠੇ ਹੋ ਗਏ, ਉਹ ਇਹਨਾਂ ਦੇ ਦੁੱਧ ਦਾ ਬਾਈਕਾਟ ਕਰੋ, ਇਹਨਾਂ ਦਾ ਦੁੱਧ ਬਿਮਾਰੀਆਂ ਫੈਲਾਏਗਾ, ਕੈਮੀਕਲ ਪਾਉਂਦੇ ਨੇ, ਕੈਮੀਕਲ ਨਾਲ ਬੱਚੇ ਬਿਮਾਰ ਹੋ ਜਾਣਗੇ ਤੇ ਮੁਸੀਬਤਾਂ ਪੈ ਜਾਣਗੀਆਂ, ਲਿਹਾਜ਼ਾ ਇਹਨਾਂ ਦਾ ਦੁੱਧ ਨਹੀਂ ਲੈਣਾ। ਅਗਲੇ ਦਿਨ ਤੋਂ ਉਹਨਾਂ ਦਾ ਦੁੱਧ ਨਾ ਵਿਕੇ, ਉਹ ਲੋਕ ਬੜੇ ਪਰੇਸ਼ਾਨ ਵੀ ਐ ਕੀ ਮੁਸੀਬਤ ਪੈ ਗਈ ਹੈ, ਦੁੱਧ ਹੀ ਨਹੀਂ ਵਿਕ ਰਿਹਾ ਸਾਡਾ। ਉਹ ਵਿਚਾਰੀ ਪਰੇਸ਼ਾਨ ਹੋ ਕੇ ਆਪਣੇ ਭਰਾ ਨੂੰ ਕਾਲ ਕੀਤੀ ਤੇ ਫੋਨ ਕਰਕੇ ਕਹਿੰਦੀ ਉਹ ਮੁਨੀਰਾ ਕੀ ਹਾਲ ਹੈ ਤੇਰਾ? ਉਹ ਮੁਨੀਰਾ ਬੜਾ ਪਰੇਸ਼ਾਨ ਹੀ ਮੈਂ, ਤੂੰ ਆ ਜਾ ਮੇਰੇ ਕੋਲ। ਮੁਨੀਰ ਸਾਹਿਬ ਆ ਗਏ ਜੀ ਭਾਈਜਾਨ, ਘਰ ਆ ਗਏ
ਤੇ ਮਿਲੇ ਭਾਈ ਸਾਹਿਬ ਨੂੰ। ਹਾਂ ਉਹ ਮਨੀਰ, ਕੀ ਹਾਲ ਹੈ ਤੇਰਾ, ਠੀਕ ਹੈ? ਉਹ ਲਾਲਾ ਜੀ ਕੀ ਠੀਕ ਹੋਣਾ ਹੈ, ਤੁਸੀਂ ਜਿਹੜਾ ਨਾ ਭਰਾ ਤੁਹਾਡਾ ਫਰਾੜੀਆ ਸਾਰੇ ਪੈਸੇ ਵੀ ਖਾ ਗਿਆ, ਉਹ ਢਾਬਾ ਵੀ ਤੁਹਾਡੇ ਕੋਲ ਲੈ ਲਿਆ, ਤੁਹਾਨੂੰ ਇੰਨੀ ਜੀ ਜ਼ਮੀਨ ਦੇ ਦਿੱਤੀ ਹੈ ਤੇ ਤੁਸੀਂ ਵਾਵਾ ਜਿਹੜਾ ਨਾ ਬਚਾ ਆਦਮੀ ਹੋ, ਨਾ ਤੁਸੀਂ ਕੋਈ ਗੱਲਬਾਤ ਕੀਤੀ ਨਾ ਉਹਨੂੰ ਪੁੱਛਿਆ। ਉਹ ਨਾ ਯਾਰ ਵੀਰਾ, ਤੂੰ ਐਵੇਂ ਪਰੇਸ਼ਾਨ ਨਾ ਹੋ, ਉਹ ਭਰਾ ਮੇਰਾ ਬੜਾ ਚੰਗਾ ਬੰਦਾ ਹੀ, ਲੇਕਿਨ ਵਿਚਾਰਾ ਬਸ ਥੋੜਾ ਫਸ ਗਿਆ ਹੈ, ਕਾਰੋਬਾਰ ਤੇ ਕਦੀ ਕੀਤਾ ਨਹੀਂ ਸੀ ਵਿਚਾਰੇ ਨੇ, ਤੇ ਉਹ ਹੈ ਦਿਲੋਂ ਬੜਾ ਚੰਗਾ ਹੀ, ਤੇ ਉਹ ਵਿਚਾਰੇ ਕੋਲ ਪੈਸੇ ਨਹੀਂ ਹੈਗੇ ਤਾਂ ਪਰੇਸ਼ਾਨ ਹੈ। ਉਹ ਲਾਲਾ ਜੀ ਤੁਸੀਂ ਬੜੇ ਬਦਸ਼ਾਹ ਹੋ ਯਾਰ, ਤੁਸੀਂ ਕਦੋਂ ਸਮਝਦੇ ਹੋ ਇਹਨਾਂ ਗੱਲਾਂ ਨੂੰ? ਤੁਸੀਂ ਸਾਦੇ ਆਦਮੀ ਹੋ, ਭੋਲੇ ਆਦਮੀ ਹੋ, ਉਹ ਭੋਲੇ ਬਾਦਸ਼ਾਹ ਹੋ। ਉਹਨੇ ਤੁਹਾਡੇ ਕੋਲ ਢਾਬਾ ਵੀ ਖੋਲਿਆ, ਜ਼ਮੀਨਾਂ ਵੀ ਸਾਰੀ ਖੋਲੀਆਂ ਨੇ, ਤੇ ਤੁਸੀਂ ਬੈਠੇ ਹੋ ਇੱਥੇ ਇਕੱਲੇ ਬਿਮਾਰ ਹੋ ਕੇ। ਉਹ ਨਾ ਸ਼ਹਿਜ਼ਾਦੇ ਨਾ, ਇੰਜ ਦੀ ਗੱਲਾਂ ਨਹੀਂ ਕਰੀਦੀਆਂ, ਉਹ ਭਾਈ ਹੈ ਸਾਡਾ, ਵਿਚਾਰਾ ਥੋੜਾ ਪਰੇਸ਼ਾਨ ਹੈਗਾ, ਤੇ ਇਹ ਦਿਨ ਵੀ ਲੰਘ ਜਾਣਗੇ। ਉਹ ਲਾਲਾ ਜੀ ਮੈਂ ਤੇ ਕਹਿਣਾ ਤੁਹਾਨੂੰ ਕਿ ਇੰਜ ਕਰੋ ਕਿ ਇੱਕ ਢਾਬਾ ਅਸੀਂ ਵੀ ਖੋਲ ਲੈਂਦੇ ਹਾਂ, ਤੁਹਾਨੂੰ ਕੁਕਿੰਗ ਵਾਵਾ ਆਉਂਦੀ ਹੈ, ਚੰਗਾ ਪਕਵਾਈ ਕਰ ਲੈਂਦੇ ਹੋ, ਭੈਣ ਵੀ ਬਾਜੀ ਹੋਰੀ ਨਾਲ ਹੀ ਨੇ, ਮੈਂ ਵੀ ਨਾਲ ਹੋਵਾਂਗਾ, ਤੇ ਤੁਸੀਂ ਟੈਨਸ਼ਨ ਨਹੀਂ ਲੈਣੀ, ਢਾਬਾ ਬਣਾ ਲੈਂਦੇ ਹਾਂ। ਉਹ ਨਾ ਯਾਰ, ਢਾਬਾ ਬਣਾਉਣਾ ਕਿਹੜਾ ਸੌਖਾ ਹੀ, ਔਖਾ ਕੰਮ ਹੈ, ਤੇ ਕੱਲ ਨੂੰ ਰੋਲੇ ਪੈ ਜਾਣਗੇ, ਅੱਗੇ ਮੈਂ ਬਿਮਾਰ ਹਾਂ, ਤੇ ਤੈਨੂੰ ਢਾਬੇ ਦੀ ਗੱਲ ਹੁਣ ਕਹਿ ਰਿਹਾ ਅੱਲਾ ਦੇ ਬੰਦਿਆ, ਢਾਬਾ ਬਣਾਉਣਾ ਕੋਈ ਸੌਖਾ ਤੇ ਨਹੀਂ ਨਾ, 100 ਕੰਮ ਹੁੰਦੇ ਨੇ। ਉਹ ਜੀ ਤੁਸੀਂ ਕਿਉਂ ਪਰੇਸ਼ਾਨ ਹੁੰਦੇ ਹੋ ਜੀ, ਢਾਬਾ ਕਿਹੜਾ ਕੂ ਹੈ, ਤੁਸੀਂ ਜਿਹੜਾ ਨਾ ਮੈਂ ਤੁਹਾਡੇ ਨਾਲ ਹਾਂ, ਤੁਸੀਂ ਬਹਿ ਕੇ ਦੱਸੀ ਜਾਈਓ, ਤੇ ਪਕਾਈ ਸਾਰੀ ਮੈਂ ਕਰਾਂਗੀ, ਤੁਸੀਂ ਟੈਨਸ਼ਨ ਨਹੀਂ ਲੈਣੀ ਬਿਲਕੁਲ, ਤੁਸੀਂ ਸਿਰਫ ਬੈਠੇ ਰਹਿਣਾ ਉੱਥੇ ਮੇਰੇ ਕੋਲ, ਵੇਖਿਓ ਇੰਜ ਚੱਲੇਗਾ। ਤੁਸੀਂ ਬੜੇ ਭੋਲੇ ਬਾਦਸ਼ਾਹ ਹੋ, ਬੜੇ ਦਿਲ ਦੇ ਸੱਚੇ ਹੋ, ਤੇ ਦਿਲ ਦੇ ਸੱਚਿਆਂ ਨੂੰ ਅੱਲਾ ਨਹੀਂ ਰੋਲਦਾ। ਸਾਡਾ ਕਾਰੋਬਾਰ ਵੇਖਿਓ ਕਿਵੇਂ ਚਮਕਦਾ ਹੀ, ਤੁਸੀਂ ਟੈਨਸ਼ਨ ਨਹੀਂ ਲੈਣੀ ਬਿਲਕੁਲ, ਤੁਸੀਂ ਮੇਰੇ ਨਾਲ ਰਹਿਣਾ, ਤੁਸੀਂ ਸਿਰਫ ਮੈਨੂੰ ਦੱਸੀ ਜਾਣਾ ਹੈ, ਤੇ ਫਿਰ ਤੁਸੀਂ ਵੇਖੋ ਐਸਾ ਪਕਾਵਾਂਗੇ ਤੁਸੀਂ ਸਾਰੇ ਯਾਦ ਰੱਖਣਗੇ। ਚੱਲ ਤੁਸੀਂ ਕਹਿੰਦੇ ਹੋ ਤੇ ਕਰ ਲੈਨੇ ਆ ਯਾਰ, ਵੇਖੋ ਕੋਈ ਜਗ੍ਹਾ ਫਿਰ। ਚਲੋ ਜੀ ਢਾਬਾ ਬਣ ਗਿਆ ਜੀ ਨਵਾਂ, ਮਨਸ਼ਾ ਦਾ ਢਾਬਾ ਬਣ ਗਿਆ ਜੀ। ਢਾਬਾ ਬਣਿਆ, ਉਹਨਾਂ ਨੇ ਜਿਹੜਾ ਨਾ ਦੁੱਧ ਮਲਾਈ ਵਾਲੇ ਜਿਹੜਾ ਨਾ ਜ਼ਬਰਦਸਤ ਜਿਹੜਾ ਨਾ ਖੀਰਾਂ ਸ਼ੀਰਾਂ ਜ਼ਬਰਦਸਤ ਬਣਾਉਣੀਆਂ ਸ਼ੁਰੂ ਕਰਤੀਆਂ, ਨਾਲ ਹੀ ਦੇਸੀ ਘਿਓ ਤੇ ਮੱਖਣ ਦੇ ਵਿੱਚ ਸਾਲਨ ਪਕਾਣੇ, ਤੇ ਬੜੀ ਡਿਸ਼ਾਂ ਉਹਨਾਂ ਨੇ ਪਕਾਈਆਂ, ਹਰ ਦੇਸ਼ੇ 'ਚ ਮੱਖਣ ਵੀ ਪਾਣ ਤੇ ਸਾਲਨ ਜ਼ਬਰਦਸਤ ਕਰਕੇ ਬਣੇ, ਘਿਓ ਘਰ ਦਾ ਪਾਣ, ਤੇ ਲੋਕਾਂ ਨੂੰ ਆ ਕੇ ਚਸਕਾ ਲੱਗ ਗਿਆ, ਲੋਕ ਖੁਸ਼ ਹੋ ਕੇ ਬੜਾ ਯਾਰ ਦੇਸੀ ਘਿਓ ਦਾ ਸਪੈਸ਼ਲ ਖਾਣਾ, ਸਾਫ ਸੁਥਰਾ, ਮਜ਼ਾ ਹੀ ਆ ਗਿਆ। ਲੋਕ ਆਉਣਾ ਸ਼ੁਰੂ ਹੋਏ, ਚੰਨ ਸ਼ਾਹ ਨੂੰ ਢਿੱਡੇ 'ਚ ਪੀੜ ਤੇ ਹੋਈ, ਲੇਕਿਨ ਫਿਰ ਸੋਚਿਆ ਛੱਡ ਯਾਰ, ਇਹ ਨਵਾਂ ਛੋਟਾ ਜਿਹਾ ਢਾਬਾ ਸਾਡਾ 50-55 ਸਾਲ ਪੁਰਾਣਾ ਅੱਬਾ ਜੀ ਦਾ ਢਾਬਾ ਹੈਗਾ, ਇਹ ਤੇ ਕਾਮਯਾਬ ਹੀ ਕਾਮਯਾਬ ਹੈ, ਜਾਣਦੇ ਇਹਨਾਂ ਨੂੰ ਜੋ ਕਰਦੇ ਨੇ। ਉੱਥੇ ਜਿਹੜਾ ਨਾ ਮਨਸ਼ਾ ਦਾ ਉਹ ਢਾਬਾ ਵਾਵਾ ਚੱਲਣਾ ਸ਼ੁਰੂ ਹੋ ਗਿਆ, ਲੋਕ ਆਣੇ ਸ਼ੁਰੂ ਹੋ ਗਏ, ਲੋਕ ਬੜੇ ਖੁਸ਼, ਦੂਰੋਂ ਲੋਕ ਆਣੇ ਸ਼ੁਰੂ ਹੋ ਗਏ ਵੀ ਯਾਰ ਬੜਾ ਦੇਸੀ ਘਿਓ ਵਾਲਾ ਸਿਸਟਮ ਹੈ, ਬੜਾ ਮੱਖਣਾ ਵਾਲੀ ਸਾਲਣ ਬਣਦੇ ਨੇ, ਸਪੈਸ਼ਲ ਪਰਾਠੇ ਮੱਖਣਾ ਵਾਲੇ, ਤੇ ਸਾਫ ਸੁਥਰਾ ਸਿਸਟਮ ਹੈ, ਲੋਕ ਆਣੇ ਸ਼ੁਰੂ ਹੋ ਗਏ, ਢਾਬਾ ਵਾਵਾ ਚੱਲਿਆ, ਕਿਉਂਕਿ ਮਨਸ਼ਾ ਦਿਲੋਂ ਸੱਚਾ ਆਦਮੀ ਸੀ। ਉੱਥੋਂ ਚੰਨ ਸ਼ਾਹ ਦਾ ਭੱਟਾ ਬਹਿ ਗਿਆ, ਉਹਦਾ ਕਾਰੋਬਾਰ ਖਰਾਬ ਹੋਣਾ ਸ਼ੁਰੂ ਹੋ ਗਿਆ, ਤੇ ਇੱਥੇ ਮਨਸ਼ਾ ਦੀ ਮੌਜਾਂ ਲੱਗ ਗਈਆਂ, ਕਿਉਂਕਿ ਮਨਸ਼ਾ ਦਿਲੋਂ ਸੱਚਾ ਆਦਮੀ ਸੀ। ਤੁਹਾਨੂੰ ਨਹੀਂ ਸੀ ਕਿਹਾ ਕਿ ਬੜੇ ਵਾਵਾ ਕਾਰੋਬਾਰ ਸਾਡਾ ਸੱਜੇਗਾ, ਵੇਖਿਆ ਹੀ ਕੈਸੇ ਚੱਲਿਆ। ਮੈਂ ਤੇ ਕਹਿੰਦੀ ਆ ਇੱਕ ਹੋਰ ਵੀ ਬਣਾ ਲੈਂਦੇ ਆ ਦੂਸਰੇ ਪਾਸੇ, ਤੇ ਦੂਸਰਾ ਢਾਬਾ ਬਣ ਗਿਆ, ਵਾਹ ਜੀ ਵਾਹ, ਦੂਸਰਾ ਢਾਬਾ ਵੀ ਬਣਾ ਲਿਆ, ਮੌਜਾਂ ਲੱਗ ਗਈਆਂ ਮਨਸ਼ਾ ਦੀਆਂ, ਮਨਸ਼ਾ ਦੇ ਵਾਰੇ ਨਿਆਰੇ ਹੋ ਗਏ, ਲੋਕ ਵੀ ਬੜੇ ਖੁਸ਼, ਤੇ ਮਨਸ਼ਾ ਮਾਲੋ ਮਾਲ ਹੋ ਗਿਆ। ਉਹ ਦਿਲੋਂ ਸੱਚਾ ਹੋਵੇ ਬੰਦਾ ਤੇ ਮੌਜਾਂ ਹੀ ਮੌਜਾਂ।